700 पंजाबी बच्चा कैनेडा तो वापस डिपोर्ट भी किया जाएगा। गलती किस दी सी? बच्चों की सी जो स्टडी वीज़ा ते उत्थे गए सी, या फिर एजेंट ने ठगी मारी है, या फिर गलती कॉलेज दी है। जो कंसलटेंट ने या ट्रैवल एजेंट्स ने उन्होंने वीज़ा लवा के इन्ना फायदा नहीं होंदा जिन्ना वो वीज़ा रिफ्यूज़ करवा के कर देंगे ने। की सही है? बिल्कुल सही है। बच्चे को नहीं पता कि किहड़े कॉलेज मैंने एडमिशन दवाई आ, उस कॉलेज जाके मैंने वर्क परमिट पोस्ट ग्रेजुएट वर्क परमिट मिलूगा कि नहीं मिलूगा, मेरा उत्थे फ्यूचर की है, बच्चे ਨੂੰ ਇਸ ਬਾਰੇ ਤਾਂ ਕੁਝ ਪਤਾ ਹੀ ਨਹੀਂ ਹੈਗਾ। ਸੋ ਜੋ ਰੀਸੈਂਟ ਘਟਨਾ ਹੋਈ ਆ ਉਹ ਇਸ ਦਾ ਹੀ ਨਤੀਜਾ ਆ ਕਿ ਤੁਸੀਂ ਪੈਕੇਜ ਸਿਸਟਮ ਕਰ ਲਿਆ। ਹੁਣ ਉਹਦੇ ਵਿੱਚ ਤੁਹਾਨੂੰ ਕੀ ਪਤਾ ਹੈਗਾ ਕਿ ਜਿਹੜੀ ਆਫਰ ਲੈਟਰ ਜਾਂ ਲੈਟਰ ਆਫ ਐਕਸੈਪਟੈਂਸ ਜਾਂ ਰਿਸਿਪਟ ਆਈ ਆ ਉਹ ਬਾਕੀ ਜੈਨੂਅਨ ਹੈ ਕਿ ਨਹੀਂ ਹੈਗੀ, ਫੀਸ ਜਮ੍ਹਾਂ ਹੋਈ ਵੀ ਹੈ ਕਿ ਨਹੀਂ ਹੋਈ। ਹੁਣ ਤੁਸੀਂ ਕੀ ਕੀਤਾ ਉਹਦੇ ਪੀਆਰ ਵਾਸਤੇ ਆਪਣੀ ਐਪਲੀਕੇਸ਼ਨਾਂ ਕੀਤੀਆਂ। ਹੁਣ ਉੱਥੇ ਕੀ ਆ, ਜਦੋਂ ਤੁਸੀਂ ਪੀਆਰ ਦੀ ਐਪਲੀਕੇਸ਼ਨਸ ਕੀਤੀਆਂ ਆ, ਹੁਣ ਉੱਥੇ ਜਿਹੜੇ ਪੁਰਾਣੇ ਤੁਸੀਂ ਡਾਕੂਮੈਂਟੇਸ਼ਨ ਲਾਏ ਆ ਉਹ ਵੈਰੀਫਿਕੇਸ਼ਨ ਸ਼ੁਰੂ ਹੋ ਗਈ ਉਹਨਾਂ ਦੀ। ਹੁਣ ਉਹ ਜਿਹੜੇ ਵੈਰੀਫਿਕੇਸ਼ਨ ਹੈ ਕੈਨੇਡੀਅਨ ਗਵਰਨਮੈਂਟ ਨੂੰ ਪਤਾ ਲੱਗ ਗਿਆ ਭਾਈ ਇਹ ਤਾਂ ਫਰਾਡ ਲੱਗਾ ਹੋਇਆ। ਇਟ ਮੀਨਸ ਵੀ ਫਰਾਡ ਤੇ ਉੱਥੇ ਪਹੁੰਚੇ, ਫਰਾਡ ਡਾਕੂਮੈਂਟ ਲਾਏ ਹੋ, ਤੁਹਾਡਾ ਮਿਸਰੈਪ ਤਾਂ ਬਣਦਾ ਹੀ ਬਣਦਾ ਸੀਗਾ। ਤੁਹਾਨੂੰ 5 ਸਾਲ ਦਾ ਬੈਨ ਤੇ ਡਿਪੋਰਟੇਸ਼ਨ ਤਾਂ ਆਉਣੀ ਸੀ। ਹੁਣ ਇਸ ਨੂੰ ਇਤਫਾਕ ਸਮਝੀਏ ਜਾਂ ਕੁਝ ਹੋਰ, पर IRCC कैनेडा वालों फ्रॉड प्रिवेंशन वीक मनाया जा रहा है तो इस दरमियान ही 700 पंजाबी बच्चा कैनेडा तो वापस डिपोर्ट भी किया जाएगा। तुसीं देख रहे हो तो खबरसार ते मैं तुहाडे नाल ठाकुर अमनदीप सिंह। 700 बच्चा घट नहीं हुंदा। हुण गलती किस दी सी? बच्चों की सी जो स्टडी वीज़ा ते उत्थे गए सी, या फिर एजेंट ने ठगी मारी है, या फिर गलती कॉलेज दी है। इस बारे गलबात करांगे। साडे नाल इस वेले मौजूद ने सी पैबल्स इमीग्रेशन दे MD लवदीप सिंह जी, जो कि RCIC कैनेडा दे मैंबर भी ने। सर बहुत स्वागत है तुहाडा द खबरसार। ਸਤਿ ਸ਼੍ਰੀ ਅਕਾਲ ਜੀ ਅਮਨ ਜੀ, ਤੁਹਾਨੂੰ ਤੇ ਖਬਰਸਾਰ ਦੇਖਦੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। सत श्री अकाल सर। सर मैं टू द पॉइंट आऊँगा। ਤੁਸੀਂ ਵੀ ਉਹ ਮੇਰੇ ਖਿਆਲ ਦੇਖਿਆ ਹੋਣਾ ਹੈ ਤੇ ਸਾਨੂੰ ਸਰ ਤੋਂ ਹੀ ਪਤਾ ਲੱਗਿਆ ਵੀ ਫਰਾਡ ਪ੍ਰੀਵੈਂਸ਼ਨ ਵੀਕ ਵੀ ਮਨਾਇਆ ਜਾ ਰਿਹਾ IRCC ਵੱਲੋਂ। ਸਰ 700 ਬੱਚਾ, 1 2 5 7 ਨਹੀਂ 700 ਬੱਚਾ ਸੁਣਨ ਜਾ ਰਿਹਾ ਡਿਪੋਰਟ ਕੀਤਾ ਜਾਏਗਾ। ਮਾਮਲਾ ਕੀ ਸੀ, ਕਿਉਂ ਕੀਤਾ ਜਾ ਰਿਹਾ, ਗਲਤੀ ਕਿਸ ਦੀ ਸੀ? ਦੇਖੋ ਮਾਮਲਾ ਇਹ ਹੈਗਾ ਕਿ ਉਹਦੇ ਵਿੱਚ ਬੱਚਿਆਂ ਦਾ ਜਿਹੜੀ ਜਦੋਂ ਇੱਕ ਵਾਰੀ ਵੀਜ਼ਾ ਲੈ ਕੇ ਪਹੁੰਚ ਗਏ, ਸਟੱਡੀ ਪਰਮਿਟ ਮਿਲ ਗਿਆ, ਬਟ ਹੁਣ ਜੋ ਵੈਰੀਫਿਕੇਸ਼ਨ ਹੋ ਰਹੀ ਹੈ ਉਹਦੇ ਵਿੱਚ ਫਰਾਡਸ ਆ ਰਹੇ ਹੈ ਜੀ। तो उस वजह करके उन्होंने डिपोर्टेशन का जो सामना करना पै रहा। सर फ्रॉड्स किस तरह के है? क्योंकि मैं कई होर मीडिया रिपोर्ट्स देखिया कहते जी एजेंट ने ठगी मारी है, तो किस तरह के फ्रॉड्स ने, तो बच्चा किवें फसदा है? गलती बच्चे की भी होंदी है या कल्ले एजेंट की होंदी है? देखो फ्रॉड च जिवें बच रहा बेसिक तो हैगा कि हुण मान लो स्टडी परमिट तुहानूं मिल गया। हुण स्टडी परमिट लैण लई तुहानूं जो सब तो बेसिक रिक्वायरमेंट है तुहानूं वीज़ा चाहिदा आ। वीज़े की सब तो वड्डी रिक्वायरमेंट हैगी है कि तुहाडे कोल लैटर ऑफ एक्सैप्टेंस चाहिदी है, कॉलेज तो रसीद चाहिदी आ। अगर वो बेसिक रिक्वायरमेंट्स तुहाडे कोल हैगी है, एजुकेशन क्वालिफिकेशन हैगी है, घट्टो घट्ट 12वीं कीती हुई है, आइलट्स का तुहाडे कोल स्कोर प्रॉपर हैगा वा, लैटर ऑफ एक्सैप्टेंस तुहाडे कोल कॉलेज तो हैगी है, फीस जमा कराई हुई है, तुसीं एप्लीकेशन सबमिट करदे हो, तुहानूं वीज़ा आ जांदा, तुसीं एयरपोर्ट पहुँचते हैगे हो, कैनेडा पहुँचते हो, ਉਹ ਤੁਹਾਨੂੰ ਸਟੱਡੀ ਪਰਮਿਟ ਮਿਲ ਜਾਂਦਾ। ਸੋ ਇਹ ਰਿਕੁਆਇਰਮੈਂਟ ਹੈਗੀ ਆ। ਹੁਣ ਫਰਾਡ ਕਿੱਥੇ ਹੁੰਦਾ? ਫਰਾਡ ਜਾਂ ਤਾਂ ਹੋਊਗਾ ਤੁਹਾਡੀ ਡਿਗਰੀ ਗਲਤ ਲੱਗੀ ਹੈ, ਜਾਂ ਤੁਸੀਂ ਆਈਲਟਸ ਜਾਲੀ ਲਾਇਆ, ਜਾਂ ਤੁਹਾਡਾ ਜੋ ਲੈਟਰ ਆਫ ਐਕਸੈਪਟੈਂਸ ਹੈਗਾ ਆ ਉਹ ਜਾਲੀ ਹੈ, ਰਸੀਦ ਜੋ ਤੁਸੀਂ ਲਗਾ ਰਹੇ ਹੋ ਉਹ ਜਾਲੀ ਹੈ। ਇਹਨਾਂ ਡਾਕੂਮੈਂਟਸ ਦੇ ਉੱਤੇ ਹੀ ਤੁਹਾਡਾ ਵੈਰੀਫਿਕੇਸ਼ਨ ਜੋ ਫਰਾਡ ਦੇ ਵਿੱਚ ਆ ਰਹੀ ਹੈ। ਸੋ ਆਹ ਮੇਨ ਦਿੱਕਤਾਂ ਆ ਸਕਦੀਆਂ ਆ। सर ये ਜਿਹੜੀਆਂ ਚੀਜ਼ਾਂ ਤੁਸੀਂ ਦੱਸੀਆਂ ਨੇ, ਜਾਂ ਆਈਲੈਟਸ ਜਾਲੀ ਹੈ ਜਾਂ ਕੋਈ ਹੋਰ ਡਾਕੂਮੈਂਟ ਜਾਲੀ ਬਣਵਾਇਆ ਹੈ, ਤਾਂ ਕੱਲਾ ਏਜੰਟ ਹੀ ਜਾਂ ਗਲਤੀ ਇਸ ਵਿੱਚ ਬੱਚਿਆਂ ਦੀ ਵੀ ਹੁੰਦੀ ਹੈ? ਇਹਦੇ ਵਿੱਚ ਗਲਤੀ ਮੈਂ ਕਹੂੰਗਾ ਕਿ ਦੋਵਾਂ ਧਿਰਾਂ ਦੀ ਹੋ ਸਕਦੀ ਆ। ਰੀਜ਼ਨ ਕੀ ਹੈਗਾ ਆ ਕਿ ਅਗਰ ਤੁਸੀਂ ਇੱਕ ਸਟੈਪ ਬਾਏ ਸਟੈਪ ਪ੍ਰੋਸੈਸ 'ਚ ਜਾਵੋ ਤਾਂ ਸਭ ਤੋਂ ਪਹਿਲਾ ਪ੍ਰੋਸੈਸ ਕੀ ਹੈਗਾ ਵਾ ਕਿ ਤੁਸੀਂ ਰਿਕੁਆਇਰਮੈਂਟ ਕੀ ਹੈ ਕਿ ਤੁਹਾਨੂੰ ਮਿਨੀਮਮ ਐਜੂਕੇਸ਼ਨ ਕੁਆਲੀਫਿਕੇਸ਼ਨ ਤੁਹਾਡੀ +2 ਦੀ ਹੈ ਜੀ, ਠੀਕ ਹੈ ਜੀ। ਤੁਹਾਡੇ ਉਹ ਮਾਰਕਸ ਸਹੀ ਹੈ, ਫਿਰ ਤੁਸੀਂ ਆਸ ਦਾ ਐਗਜ਼ਾਮ ਦਿੰਦੇ ਹੋ, ਉਹ ਤੁਸੀਂ ਕਲੀਅਰ ਕਰ ਲੈਂਦੇ ਹੋ। ਉਸ ਤੋਂ ਬਾਅਦ ਅਸੀਂ ਐਪਲੀਕੇਸ਼ਨ ਕਰਦੇ ਹਾਂ ਕਾਲਜ ਨੂੰ ਤੁਹਾਡੇ ਆਫਰ ਲੈਟਰ ਵਾਸਤੇ। ਆਫਰ ਲੈਟਰ ਆਉਂਦੀ ਹੈ, ਆਫਰ ਲੈਟਰ ਦੇ ਉੱਤੇ ਸਾਰਾ ਕੁਝ ਲਿਖਿਆ ਹੁੰਦੀ, ਇਨਫੋਰਮੇਸ਼ਨ ਦਿੱਤੀ ਹੁੰਦੀ ਹੈ ਕਿ ਭਾਈ ਕਿਹੜੇ ਕਾਲਜ 'ਚ ਐਡਮਿਸ਼ਨ ਦਿੱਤੀ ਹੈ, ਕਿਹੜਾ ਕੋਰਸ ਹੈ, ਕਿੰਨੀ ਫੀਸ ਜਮ੍ਹਾਂ ਹੋਣੀ ਹੈ, ਕਾਲਜ ਦੀ ਬੈਂਕਿੰਗ ਇਨਫੋਰਮੇਸ਼ਨ ਕੀ ਹੈਗੀ ਆ। ਹੁਣ ਉਸ ਆਫਰ ਲੈਟਰ ਦੇ ਬਿਹਾਫ ਦੇ ਉੱਤੇ ਤੁਸੀਂ ਕਾਲਜ ਨੂੰ ਆਪਣੀ ਫੀਸ ਜਮ੍ਹਾਂ ਕਰਵਾਉਂਦੇ ਹੋ, ਜਾਂ ਤਾਂ ਆਪਣੇ ਬੈਂਕ ਅਕਾਊਂਟ 'ਚ ਕਰਵਾਉਂਦੇ ਹੋ, ਜਾਂ ਆਪਣੇ ਪੇਰੈਂਟਸ ਦੇ ਕਰਵਾਉਂਦੇ ਹੋ, ਜਾਂ ਤੁਸੀਂ ਵੈਸਟਰਨ ਯੂਨੀਅਨ ਦੇ ਥਰੂ ਕਰਵਾਉਂਦੇ ਹੋ। ਜਦੋਂ ਕਾਲਜ ਨੂੰ ਫੀਸ ਚਲੇ ਜਾਂਦੀ ਹੈ, ਕਾਲਜ ਤੁਹਾਨੂੰ ਇੱਕ ਸਾਲ ਦੀ ਜੋ ਫੀਸ ਦੀ ਰਿਸਿਪਟ ਹੈ ਉਹ ਤੁਹਾਨੂੰ ਭੇਜਦਾ ਆ।
ਫਿਰ ਤੁਹਾਡੀ GIC ਜਮ੍ਹਾਂ ਹੁੰਦੀ ਹੈ, ਉਹਦੀ ਰਿਸਿਪਟ ਆਉਂਦੀ ਹੈਗੀ ਹੈ, GIC ਸਰਟੀਫਿਕੇਟ ਬਣਦਾ, ਫਿਰ ਤੁਸੀਂ ਆਪਣਾ ਐਪਲੀਕੇਸ਼ਨ ਕਰਦੇ ਹੋ। ਹੁਣ ਇਸ ਕੰਡੀਸ਼ਨ ਦੇ ਵਿੱਚ ਕੀ ਹੈ ਇੱਥੇ ਕਿ ਜੋ ਅੱਜ ਕੱਲ੍ਹ ਟ੍ਰੈਂਡ ਚੱਲ ਰਿਹਾ ਕਾਫੀ, ਜੋ 3-4 ਸਾਲਾਂ ਤੋਂ ਪੁਰਾਣਾ ਟ੍ਰੈਂਡ ਆ, ਉਹ ਹੈਗਾ ਪੈਕੇਜ ਸਿਸਟਮ ਦਾ। ਹੁਣ ਪੈਕੇਜ ਸਿਸਟਮ ਕੀ ਹੈਗਾ, ਬੇਸਿਕਲੀ ਤੁਸੀਂ ਇੱਕ ਏਜੰਟ ਕੋਲ ਜਾਂਦੇ ਹੋ ਜਾਂ ਕੰਸਲਟੈਂਟ ਕੋਲ ਜਾਂਦੇ ਹੋ, ਤੁਸੀਂ ਉਹਨੂੰ ਕਹਿੰਦੇ ਕਿ ਬਾਈ ਮੈਂ ਸਟੈਪ ਬਾय ਸਟੈਪ ਪ੍ਰੋਸੈਸ 'ਚ ਨਹੀਂ ਜਾਣਾ, ਤੁਸੀਂ ਦੱਸੋ ਕਿ ਸਾਡਾ ਪੈਕੇਜ ਕਰ ਲਓ, ਵੀ ਪਹਿਲਾਂ ਕੋਈ ਫੀਸ ਨਹੀਂ ਦੇਣੀ। ਏਜੰਟ ਕਹਿੰਦਾ ਠੀਕ ਹੈ ਜੀ। ਹੁਣ ਉਹਨੇ ਆਪਣੀ ਮਰਜ਼ੀ ਦਾ ਹੀ ਕਾਲਜ ਦੇਣਾ ਆ, ਜਿੱਥੇ ਉਹਦੀ ਫੀਸ ਘੱਟ ਹੈ, ਕਿਉਂਕਿ ਸਾਰਾ ਖਰਚਾ ਉਹ ਕਰ ਰਿਹਾ, ਉਹਨੇ ਆਪਣੀ ਮਰਜ਼ੀ ਦਾ ਤੁਹਾਨੂੰ ਕਾਲਜ ਦੇਣਾ, ਆਪੇ ਹੀ ਫੀਸ ਜਮ੍ਹਾਂ ਕਰਾਉਣੀ ਹੈ, GIC ਵੀ ਆਪ ਜਮ੍ਹਾਂ ਕਰਾਊਗਾ, ਹਰ ਇੱਕ ਤੁਹਾਡੀ ਈਵਨ ਕਿ ਤੁਹਾਡੀ ਵੀਜ਼ਾ ਦੀ ਐਪਲੀਕੇਸ਼ਨ ਫੀਸ ਵੀ ਖੁਦ ਜਮ੍ਹਾਂ ਕਰਵਾ ਰਿਹਾ। ਵੀਜ਼ਾ ਆਵੇ ਭਾਵੇਂ ਨਾ ਆਵੇ, ਉਹ ਤੁਹਾਡੇ ਕੋਲੋਂ ਆਪਣੇ ਜੋ ਫੰਡਿੰਗ ਦੇ ਚਾਰजेस ਹੈਗੇ ਆ ਉਹ ਲਏਗਾ ਹੀ ਲਏਗਾ। ਹੁਣ ਉੱਥੇ ਬੱਚੇ ਨੂੰ ਕੁਝ ਨਹੀਂ ਪਤਾ, ਉਹਨੂੰ ਸਿਰਫ ਇੰਨਾ ਹੀ ਪਤਾ ਕਿ ਮੇਰਾ ਵੀਜ਼ਾ ਆਊਗਾ ਤਾਂ ਮੈਂ ਉੱਥੇ ਪਹੁੰਚ ਜਾਣਾ, ਅੱਗੇ ਕੀ ਹੋਣਾ ਕੀ ਨਹੀਂ ਹੋਣਾ ਉਹਨੂੰ ਇਸ ਬਾਰੇ ਕੁਝ ਨੌਲੇਜ ਨਹੀਂ ਹੈਗੀ। ਸੋ ਇੱਥੇ ਸਾਰੀ ਦਿੱਕਤ ਹੈ। ਬੱਚੇ ਨੂੰ ਵੀ ਇਹ ਚੀਜ਼ ਪਤਾ ਹੁੰਦੀ ਹੈ ਕਿ ਮੇਰੇ ਕੋਲ ਪੈਕੇਜ ਸਿਸਟਮ ਦੇ ਵਿੱਚ ਹੀ ਮੈਂ ਚੱਲ ਰਿਹਾ, ਤੇ ਏਜੰਟ ਨੂੰ ਤਾਂ ਪਤਾ ਹੀ ਹੈ ਸਾਰੇ ਕੇਸ ਦਾ ਜੋ ਵੀ ਚੱਲ। ਲੇਕਿਨ ਇਸ ਵਿੱਚ ਕਈ ਵਾਰ ਇਹ ਵੀ ਐਸੇ ਕੇਸ ਵੀ ਦੇਖਣ ਨੂੰ ਮਿਲੇ ਨੇ ਜਿੱਥੇ ਜੋ ਕੰਸਲਟੈਂਟ ਨੇ ਜਾਂ ਟਰੈਵਲ ਏਜੰਟਸ ਨੇ ਉਹਨਾਂ ਨੂੰ ਵੀਜ਼ਾ ਲਵਾ ਕੇ ਇੰਨਾ ਫਾਇਦਾ ਨਹੀਂ ਹੁੰਦਾ ਜਿੰਨਾ ਉਹ ਵੀਜ਼ਾ ਰਿਫਿਊਜ਼ ਕਰਵਾ ਕੇ ਕਰ ਦਿੰਦੇ ਨੇ। ਕੀ ਇਹ ਸਹੀ ਹੈ? ਬਿਲਕੁਲ ਸਹੀ ਹੈ। ਉਹਦੇ ਵਿੱਚ ਕੀ ਹੈਗਾ ਕਿ ਦੇਖੋ ਜਦੋਂ ਫੰਡਿੰਗ ਹੋਈ ਹੈ ਘੱਟੋ ਘੱਟ 15-20 ਲੱਖ ਦੀ ਫੰਡਿੰਗ ਉਹ ਸ਼ੋਅ ਕਰ ਰਹੇ ਆ। ਹੁਣ ਇੰਨੀ ਫੰਡਿੰਗ 'ਚ ਸ਼ੋਅ ਕੀਤੀ ਆ, ਉਹਦੀ ਜੋ ਰੇਟ ਆਫ ਇੰਟਰਸਟ ਆ ਉਹ ਤਾਂ ਅਗਲੇ ਚਾਰਜ ਕਰਨਗੇ। ਜੋ ਵੀ ਫੀਸਾਂ ਵਾਪਸ ਆਈਆਂ ਉਹ ਕੱਟ ਕੇ ਹੀ ਪੇ ਬੈਕ ਹੋਊਗਾ। ਅਗਰ GIC ਵੀ ਲਾਏ ਆ, ਉਹਨਾਂ ਨੇ ਜੋ ਫੰਡਿੰਗ ਕੀਤੀ ਹੈ ਭਾਵੇਂ 2 ਮਹੀਨੇ ਰਿਹਾ 3 ਮਹੀਨੇ ਰਿਹਾ ਆ, ਉਹਦੇ ਫੰਡਿੰਗ ਦੇ ਵਿੱਚ ਆਪਣਾ ਇੰਟਰਸਟ ਚਾਰਜ ਕੱਟ ਕੇ ਹੀ ਦੇਣਗੇ। ਤਾਂ ਉਹਨਾਂ ਨੂੰ ਦੋਵੇਂ ਪਾਸੇ ਫਾਇਦਾ, ਵੀਜ਼ਾ ਭਾਵੇਂ ਆਵੇ ਨਾ ਆਵੇ ਉਹਨਾਂ ਨੂੰ ਦੋਵੇਂ ਪਾਸੇ ਫਾਇਦਾ ਹੈ ਇਸ ਚੀਜ਼ ਦਾ। ਵੀਜ਼ਾ ਆਵੇ ਤਾਂ ਸ਼ਾਇਦ ਹੋ ਸਕਦਾ ਵੀ ਘੱਟ ਫਾਇਦਾ ਹੋਵੇ, ਪਰ ਜੇ ਵੀਜ਼ਾ ਨਾ ਆਵੇ ਤਾਂ ਫਾਇਦਾ ਜ਼ਿਆਦਾ ਹੁੰਦਾ ਹੈ। ਪਰ ਦੋਨੋਂ ਸੂਰਤਾਂ ਦੇ ਵਿੱਚ ਇੱਕ ਸੂਰਤ ਵਿੱਚ ਚਲੋ ਵੀਜ਼ਾ ਆ ਗਿਆ ਤਾਂ ਠੀਕ ਹੈ, ਜੇ ਨਹੀਂ ਆਇਆ ਤਾਂ ਨੁਕਸਾਨ ਤਾਂ ਬੱਚੇ ਦਾ ਹੋ ਗਿਆ ਨਾ। ਬਿਲਕੁਲ ਜੀ, ਨੁਕਸਾਨ ਬੱਚੇ ਦਾ ਹੀ ਆ। ਬੱਚੇ ਦਾ ਈਵਨ ਨੁਕਸਾਨ ਉੱਥੇ ਪਹੁੰਚ ਕੇ ਵੀ ਆ, ਕਿਉਂਕਿ ਬੱਚੇ ਨੂੰ ਨਹੀਂ ਪਤਾ ਕਿ ਕਿਹੜੇ ਕਾਲਜ 'ਚ ਮੈਨੂੰ ਐਡਮਿਸ਼ਨ ਦਵਾਈ ਆ, ਉਸ ਕਾਲਜ 'ਚ ਜਾ ਕੇ ਮੈਨੂੰ ਵਰਕ ਪਰਮਿਟ, ਪੋਸਟ ਗ੍ਰੈਜੂਏਟ ਵਰਕ ਪਰਮਿਟ ਮਿਲੂਗਾ ਕਿ ਨਹੀਂ ਮਿਲੂਗਾ, ਮੇਰਾ ਉੱਥੇ ਫਿਊਚਰ ਕੀ ਆ। ਬੱਚੇ ਨੂੰ ਇਸ ਬਾਰੇ ਤਾਂ ਕੁਝ ਪਤਾ ਹੀ ਨਹੀਂ ਹੈਗਾ। ਸੋ ਜੋ ਰੀਸੈਂਟ ਘਟਨਾ ਹੋਈ ਆ ਉਹ ਇਸ ਦਾ ਹੀ ਨਤੀਜਾ ਆ। ਹੁਣ ਉਸ ਦੇ ਵਿੱਚ ਕੀ ਹੈਗਾ ਆ ਕਿ ਤੁਸੀਂ ਪੈਕੇਜ ਸਿਸਟਮ ਕਰ ਲਿਆ, ਹੁਣ ਉਹਦੇ ਵਿੱਚ ਤੁਹਾਨੂੰ ਕੀ ਪਤਾ ਹੈਗਾ ਕਿ ਜਿਹੜੀ ਆਫਰ ਲੈਟਰ ਜਾਂ ਲੈਟਰ ਆਫ ਐਕਸੈਪਟੈਂਸ ਜਾਂ ਰਿਸਿਪਟ ਆਈ ਆ ਉਹ ਬਾਕੀ ਜੈਨੂਅਨ ਹੈ ਕਿ ਨਹੀਂ ਹੈਗੀ, ਫੀਸ ਜਮ੍ਹਾਂ ਹੋਈ ਵੀ ਹੈ ਕਿ ਨਹੀਂ ਹੋਈ। ਹੁਣ ਇਸ ਦੇ ਵਿੱਚ ਤਾਂ ਅਗਰ ਤੁਸੀਂ ਦੇਖੋ ਤਾਂ ਕਾਲਜ ਵੀ ਜ਼ਿੰਮੇਵਾਰ ਹੈ। ਹੁਣ ਕਾਲਜ ਕੋਲ ਅਗਰ ਵੈਰੀਫਿਕੇਸ਼ਨ ਜਾਂਦੀ ਹੈ, ਹੁਣ ਕਾਲਜ ਦੇ ਕੋਲ ਇੰਨੀ ਵੱਡੀ ਅਮਾਊਂਟ ਦੀ ਫੀਸ ਗਈ ਆ ਤਾਂ ਉਹਦੇ ਅਕਾਊਂਟਸ ਦੇ ਵਿੱਚ ਤਾਂ ਬੋਲਣੀ ਚਾਹੀਦੀ ਹੈ ਨਾ। ਹੁਣ ਅੱਜ ਦੀ ਡੇਟ 'ਚ ਕਾਲਜ ਮਨਾ ਕਰ ਰਿਹਾ ਕਿ ਸਾਡੇ ਕੋਲ ਤਾਂ ਫੀਸ ਹੀ ਨਹੀਂ ਆਈ, ਫਿਰ ਠੱਗੀ ਕੌਣ ਮਾਰ ਗਿਆ? ਉਹ ਤਾਂ ਏਜੰਟ ਦੇਖਣ ਤਾਂ ਬੱਚੇ ਦੇਖਣ, ਦੋਵਾਂ 'ਚ ਫਰਕ ਹੈ ਨਾ। ਹੁਣ ਕਾਲਜ ਅੱਜ ਦੀ ਡੇਟ 'ਚ ਕਹਿ ਰਿਹਾ ਕਿ ਮੇਰੇ ਕੋਲ ਤਾਂ ਫੀਸ ਹੀ ਨਹੀਂ ਪਹੁੰਚੀ ਹੈਗੀ, ਉਹ ਕਾਲਜ ਕਹਿ ਰਿਹਾ ਕਿ ਬੱਚੇ ਕਹਿ ਰਹੇ ਆ ਕਿ ਤੁਸੀਂ ਰਿਸਿਪਟ ਕਿਸ ਬੇਸਿਸ ਦਿੱਤੀ। ਹੁਣ ਰਿਸਿਪਟ ਮਤਲਬ ਕਿ ਫਰਾਡ ਹੋਈ ਹੈ। ਸੋ ਇਹ ਚੀਜ਼ ਤਾਂ ਹੁਣ ਬੱਚਿਆਂ ਨੇ ਵੀ ਦੇਖਣੀ ਹੈ ਕਿ ਤੁਸੀਂ ਕਿਸ 'ਤੇ ਜਾ ਰਹੇ ਹੋ, ਕਿਸ 'ਤੇ ਵਿਸ਼ਵਾਸ ਕਰ ਰਹੇ ਹੋ। ਹੁਣ ਪੈਕੇਜ ਸਿਸਟਮ ਤਾਂ ਅੱਜ ਕੱਲ੍ਹ ਟ੍ਰੈਂਡ ਇੰਨਾ ਆ, ਹਰ ਚੀਜ਼ ਦਾ ਪੈਕੇਜ ਆ। ਤੁਸੀਂ ਭਾਵੇਂ ਡਾਕੂਮੈਂਟੇਸ਼ਨ ਤੁਸੀਂ ਇਕੱਠੀ ਕਰਵਾਉਣੀ ਆ, ਨਹੀਂ ਡਾਕੂਮੈਂਟੇਸ਼ਨ ਹੈਗੀ, ਡਾਕੂਮੈਂਟੇਸ਼ਨ ਵੀ ਬਣਦੇ, ਉਹ ਵੀ ਪੈਕੇਜ ਦਾ ਹਿੱਸਾ। ਆਈਲੈਟਸ ਤੁਹਾਡੇ ਕੋਲ ਨਹੀਂ ਹੋ ਰਹੀ, ਆਈਲੈਟਸ ਦਾ ਵੀ ਪੈਕੇਜ ਆ। ਸਪਾਊਸ ਵੀਜ਼ੇ ਲੱਗਦੇ ਆ, ਵਿਆਹ ਦਾ ਵੀ ਪੈਕੇਜ ਆ, ਵਿਆਹ ਕਰਾਉਣ ਦਾ ਵੀ ਪੈਕੇਜ ਆ, ਫੋਟੋਗ੍ਰਾਫਰ, ਸਭ ਚੀਜ਼ ਦਾ ਪੈਕੇਜ ਆ। ਹੁਣ ਫਿਰ ਠੱਗੀ ਤਾਂ ਕਿਤੇ ਨਾ ਕਿਤੇ, ਇਸ ਦਾ ਨੁਕਸਾਨ ਤਾਂ ਐਟ ਦਾ ਐਂਡ ਹੋਣਾ ਹੀ ਹੈ। ਔਰ ਇੱਕ ਚੀਜ਼ ਹੋ ਰਿਹਾ ਕਿ ਇੱਕ ਸਿਰਫ ਤੁਸੀਂ ਪਹੁੰਚ ਜਾਂਦੇ ਹੋ, ਸਿਰਫ ਉੱਥੇ ਗੱਲ ਖਤਮ ਨਹੀਂ ਹੁੰਦੀ। ਹੁਣ ਇੱਥੇ ਕੀ ਆ, 2019 ਦਾ ਕੇਸ ਆ, ਮੰਨ ਲਓ ਬੱਚੇ ਉੱਥੇ ਪਹੁੰਚੇ ਸੀਗੇ, ਹੁਣ 2023 ਦੇ ਵਿੱਚ ਓਪਨ ਹੋਇਆ। ਰੀਜ਼ਨ ਕੀ ਹੈਗਾ ਕਿ ਹੁਣ ਜਿਹੜੇ ਬੱਚੇ ਜਾਂ ਤਾਂ ਤੁਸੀਂ ਉੱਥੇ ਕਾਲਜ ਚੇਂਜ ਕਰਵਾ ਲਏ ਆਪਦੇ, ਜਾਂ ਤੁਸੀਂ ਵਰਕ ਪਰਮਿਟ ਲੈ ਲਏ। ਹੁਣ ਤੁਸੀਂ ਕੀ ਕੀਤਾ, ਉਹਦੇ PR ਵਾਸਤੇ ਆਪਣੀ ਐਪਲੀਕੇਸ਼ਨਾਂ ਕੀਤੀਆਂ। ਹੁਣ ਉੱਥੇ ਕੀ ਆ, ਜਦੋਂ ਤੁਸੀਂ PR ਦੀ ਐਪਲੀਕੇਸ਼ਨਸ ਕੀਤੀਆਂ ਆ, ਹੁਣ ਉੱਥੇ ਜਿਹੜੇ ਪੁਰਾਣੇ ਤੁਸੀਂ ਡਾਕੂਮੈਂਟੇਸ਼ਨ ਲਾਏ ਆ ਉਹ ਵੈਰੀਫਿਕੇਸ਼ਨ ਸ਼ੁਰੂ ਹੋ ਗਈ ਉਹਨਾਂ ਦੀ। ਹੁਣ ਉਹ ਜਿਹੜੇ ਵੈਰੀਫਿਕੇਸ਼ਨ ਹੈ ਕੈਨੇਡੀਅਨ ਗਵਰਨਮੈਂਟ ਨੂੰ ਪਤਾ ਲੱਗ ਗਿਆ ਭਾਈ ਇਹ ਤਾਂ ਫਰਾਡ ਲੱਗਾ ਹੋਇਆ। ਇਟ ਮੀਨਸ ਤੁਸੀਂ ਫਰਾਡ 'ਤੇ ਉੱਥੇ ਪਹੁੰਚੇ ਹੋ, ਫਰਾਡ ਡਾਕੂਮੈਂਟ ਲਾਏ ਹੋ, ਤੁਹਾਡਾ ਮਿਸਰੈਪ ਤਾਂ ਬਣਦਾ ਹੀ ਬਣਦਾ ਸੀਗਾ, ਤੁਹਾਨੂੰ 5 ਸਾਲ ਦਾ ਬੈਨ ਤੇ ਡਿਪੋਰਟੇਸ਼ਨ ਤਾਂ ਆਉਣੀ ਸੀ। ਸੋ ਇਹ ਚੀਜ਼ਾਂ ਤੁਸੀਂ ਜਦੋਂ ਵੀ ਤੁਸੀਂ ਜਾਣਾ ਹੈ ਇੱਥੋਂ, ਇੱਕ ਸਿਰਫ ਉੱਥੇ ਪਹੁੰਚਣਾ ਨਹੀਂ ਹੈਗਾ, ਉੱਥੇ ਪਹੁੰਚ ਕੇ ਕਿਵੇਂ ਤੁਸੀਂ PR ਲੈਣੀ ਆ ਜਾਂ ਰਹਿਣਾ ਆ, ਉਸ ਚੀਜ਼ ਦਾ ਵੀ ਤੁਹਾਨੂੰ ਖਾਸ ਧਿਆਨ ਰੱਖਣਾ ਪਏਗਾ। ਨਾਲੇ ਪੈਕੇਜ ਸਿਸਟਮ ਤੋਂ ਹਟ ਕੇ ਜੇ ਸਟੈਪ ਬਾਏ ਸਟੈਪ ਫੀਸ ਦਿੱਤੀ ਜਾਵੇ ਤਾਂ ਮੇਰੇ ਖਿਆਲ ਦੇ ਵਿੱਚ ਜੋ ਬੱਚਾ ਹੈ ਜਾਂ ਬੱਚੇ ਦੇ ਪੇਰੈਂਟਸ ਨੇ ਉਹ ਵੀ ਜਾਣੂ ਰਹਿੰਦੇ ਨੇ ਵੀ ਹੋ ਕੀ ਰਿਹਾ। ਪੈਕੇਜ ਦਾ ਪਤਾ ਹੀ ਨਹੀਂ, ਉਹ ਪੈਸੇ ਦੇ ਕੇ ਭੁੱਲ ਜਾਂਦੇ ਨੇ, ਹੋਇਆ ਨਹੀਂ ਹੋਇਆ ਤਾਂ ਬਾਅਦ 'ਚ ਰਿਫਿਊਜ਼ਲ ਆ ਗਈ, ਫਿਰ 2 ਗਾਲਾਂ ਹੀ ਕੱਢ ਲੈਣਗੇ ਏਜੰਟ ਨੂੰ, ਹੋਰ ਕੀ ਹੋਏਗਾ। ਬਿਲਕੁਲ ਜੀ ਬਿਲਕੁਲ, ਪੈਕੇਜ ਦੇ ਵਿੱਚ ਤਾਂ ਤੁਹਾਨੂੰ ਕੁਝ ਪਤਾ ਹੀ ਨਹੀਂ ਹੈਗਾ ਵੀ ਕਿੱਥੇ ਐਡਮਿਸ਼ਨ ਗਈ ਆ। ਪੈਕੇਜ ਸਿਸਟਮ ਬੇਸਿਕਲੀ ਪੈਕੇਜ ਉੱਥੇ ਚੱਲਦਾ ਜਿੱਥੇ ਬੱਚਾ ਸੋਚਦਾ ਕਿ ਯਾਰ ਮੈਂ ਨਾ ਐਲੀਜੀਬਲ ਨਹੀਂ ਹੈਗਾ ਜਾਣ ਦੇ, ਵੀ ਉਹਨੂੰ ਆਪਣੇ ਆਪ 'ਤੇ ਵਿਸ਼ਵਾਸ ਨਹੀਂ ਹੁੰਦਾ, ਜਾਂ ਕਹਿ ਲਓ ਕਿ ਪੇਰੈਂਟਸ ਕੋਲ ਇੰਨੇ ਪੈਸੇ ਨਹੀਂ ਹੈਗੇ।
ਹੁਣ ਉਹ ਉੱਥੇ ਫਸ ਰਹੇ ਹੈਗੇ ਆ। ਹੁਣ ਜਿਨ੍ਹਾਂ ਨੂੰ ਸਟੈਪ ਬਾਏ ਸਟੈਪ ਦਾ ਪਤਾ ਕਿ ਭਾਈ ਇੱਥੇ ਮੈਂ ਕਾਲਜ ਮੈਂ ਆਪਣੀ ਮਰਜ਼ੀ ਦਾ ਚੂਜ਼ ਕਰਨਾ, ਜਿੱਥੇ ਮੈਨੂੰ ਕੱਲ ਨੂੰ ਪੋਸਟ ਗ੍ਰੈਜੂਏਟ ਵਰਕ ਪਰਮਿਟ ਮਿਲੇ, ਉਹ ਪੜ੍ਹਾਈ ਕਰਨ ਦਾ ਮੈਨੂੰ ਬੈਨੀਫਿਟ ਵੀ ਹੋਵੇ, ਉਹ ਬੱਚਾ ਹਮੇਸ਼ਾ ਸਟੈਪ ਬਾਏ ਸਟੈਪ 'ਚ ਹੀ ਜਾਏਗਾ। ਮੈਜੋਰਟੀ ਜਿਹੜੇ ਬੱਚੇ ਆ ਉਹ ਸਟੈਪ ਬਾਏ ਸਟੈਪ 'ਚ ਹੀ ਜਾਂਦੇ ਆ, ਬਟ ਕੰਡੀਸ਼ਨਸ ਕੀ ਹੈਗੀਆਂ, ਇਹ ਸਿਰਫ ਦੋ ਤਰੀਕੇ ਦੇ ਬੱਚੇ ਹੀ ਹੈ ਜਿਹੜੇ ਕਹਿ ਲਓ ਕਿ ਸਪੈਕ 'ਚ ਫਸ ਰਹੇ ਆ। ਜਾਂ ਤਾਂ ਜਿਨ੍ਹਾਂ ਨੂੰ ਆਪਣੇ ਆਪ ਤੇ ਵੀ ਆ ਵੀ ਸਾਡਾ ਐਡਮਿਸ਼ਨ ਨਹੀਂ ਹੋ ਸਕਦੀ, ਸਾਡੇ ਕੋਲ ਪੈਸੇ ਘੱਟ ਆ, ਜਾਂ ਫਿਰ ਜਿਹੜਾ ਸਪਾਊਸ ਵੀਜ਼ਾ ਵਾਲਾ ਥੋੜਾ ਕੰਟਰੈਕਟ ਮੈਰਿਜ ਵਾਲਾ ਕੰਮ ਚੱਲ ਰਿਹਾ, ਜਾਂ ਫਿਰ ਇਹ ਉਹਨਾਂ ਕੋਲ ਜਾਂਦੇ ਆ ਕਿਉਂਕਿ ਪੈਸਾ ਬੱਚਿਆਂ ਮੁੰਡੇ ਵਾਲੇ ਲਾ ਰਹੇ ਆ ਮੰਨ ਲਓ, ਜਾਂ ਕੁੜੀ ਵਾਲੇ ਲਾ ਰਹੇ ਆ। ਹੁਣ ਉਹ ਕਹਿੰਦੇ ਕਿ ਮੈਂ ਪੈਸਾ ਸਾਰਾ ਇਕੱਠਾ ਦੇਣਾ ਨਹੀਂਗਾ, ਵੀਜ਼ਾ ਆਊਗਾ ਆਪਾਂ ਤਾਂ ਪੈਸੇ ਦੇਣੇ ਆ, ਉਹ ਤਾਂ ਵੀ ਪੈਕੇਜ ਵਾਲੇ ਕੋਲ ਜਾਂਦੇ ਆ। ਸੋ ਇਹ ਸਭ ਕੰਡੀਸ਼ਨਸ ਕਿਤੇ ਨਾ ਕਿਤੇ ਦੋਵੇਂ ਧਿਰਾਂ ਜ਼ਿੰਮੇਵਾਰ ਹੈ। ਪਤਾ ਸਭ ਨੂੰ ਹੀ ਹੁੰਦਾ ਕੀ ਹੋ ਰਿਹਾ। ਜਦੋਂ ਤੁਸੀਂ ਕਹਿ ਲਓ ਕਿ ਕੰਮ ਬਿਲਕੁਲ ਸਹੀ ਚੱਲ ਰਿਹਾ ਤਾਂ ਕਿਸੇ ਦਾ ਕੋਈ ਕਸੂਰ ਨਹੀਂ, ਜਦੋਂ ਕੰਮ ਫਸ ਗਿਆ ਤਾਂ ਸੋ ਕੋਈ ਮਰਜ਼ੀ ਉਹ ਕਸੂਰਵਾਰ ਆ, ਕਿਸੇ ਦਾ ਕਸੂਰ ਤਾਂ ਆਪਾਂ ਕੱਢਾਂਗੇ ਹੀ। ਸਰ ਤੁਸੀਂ ਬੱਚਿਆਂ ਨੂੰ ਕੀ ਸਲਾਹ ਦੇਣਾ ਚਾਹੋਗੇ, ਕਿਉਂਕਿ 700 ਬੱਚਾ ਤਾਂ ਇੱਕ ਵੈਸੇ ਫਸਿਆ ਹੋਇਆ ਹੈ, ਹੋਰ ਕਈ ਐਸੇ ਬੱਚੇ ਨੇ ਜੋ ਆਪਣਾ ਫਿਊਚਰ ਬਣਾਉਣ ਦੇ ਲਈ ਇਸ ਵੇਲੇ ਵੱਖ-ਵੱਖ ਕੰਸਲਟੈਂਟਸ ਕੋਲ ਜਾ ਰਹੇ ਹੋਣਗੇ, ਬੱਚਿਆਂ ਨੂੰ ਤੁਸੀਂ ਕੀ ਸੁਜੈਸ਼ਨ ਦੇਣਾ ਚਾਹੋਗੇ? ਮੇਰੀ ਸੁਜੈਸ਼ਨ ਤਾਂ ਬੱਚੇ ਨੂੰ ਇਹ ਹੈ, ਜਿਵੇਂ ਹੁਣ ਇਸ ਟਾਈਮ ਹਫਤਾ ਵੀ ਫਰਾਡ ਪ੍ਰੀਵੈਂਸ਼ਨ ਵੀਕ ਚੱਲ ਰਿਹਾ ਹੈ, ਕਿ ਉਹਦੇ ਵਿੱਚ ਵੀ ਅਸੀਂ ਮੈਂਸ਼ਨ ਕਰਦੇ ਹਾਂ ਕਿ ਭਾਈ ਜਦੋਂ ਤੁਸੀਂ ਫਾਈਲ ਦੇ ਬਾਰੇ ਲਗਾਉਣੀ ਆ ਤਾਂ ਹਮੇਸ਼ਾ ਇੱਕ ਵਾਰੀ ਕੰਸਲਟੇਸ਼ਨ ਲਓ। ਜਿਵੇਂ RCIC ਮੈਂਬਰਸ ਹੈਗੇ ਆ, ਹੁਣ ਰਾਈਟ ਨਾਓ ਤਾਂ ਬਹੁਤ RCIC ਮੈਂਬਰਸ ਨੇ ਆਪਣੇ ਇੰਡੀਆ ਦੇ ਵਿੱਚ ਆਫਿਸ ਓਪਨ ਕੀਤੇ ਹੋਏ ਆ, ਤੁਸੀਂ ਜ਼ਰੂਰ ਉਹਨਾਂ ਕੋਲ ਜਾਓ, ਕੰਸਲਟੇਸ਼ਨ ਲਓ। ਤੇ ਬਾਕੀ ਪੈਕੇਜ ਸਿਸਟਮ ਤੋਂ ਥੋੜਾ ਬਚੋ। ਰੀਜ਼ਨ ਬੀਇੰਗ ਇਜ਼ ਉੱਥੇ ਥੋੜੀ ਜਿਹੀ ਪ੍ਰਾਈਵੇਸੀ ਜੇ ਕਹਿ ਲਓ ਕਿ ਟਰਾਂਸਪੇਰੈਂਸੀ ਹੈ ਜੋ ਉਹ ਘੱਟ ਆ। ਸਟੈਪ ਬਾਏ ਸਟੈਪ 'ਚ ਜਾਓ, ਰੈਗੂਲੇਟਡ ਜੋ ਮੈਂਬਰਸ ਹੈਗੇ ਆ, ਠੀਕ ਹੈ ਜੀ, ਉਹਨਾਂ ਕੋਲ ਜਾਓ, ਐਡਵਾਈਸ ਲਓ ਤੇ ਸਾਰਾ ਆਪਣਾ ਫਿਊਚਰ ਪਲਾਨ ਦੇਖ ਕੇ ਮੇਰਾ ਫਿਊਚਰ ਕੀ ਹੈ, ਮੈਂ ਜੋ ਕੋਰਸ ਕਰ ਰਿਹਾ ਕਿਸ ਜਗ੍ਹਾ ਤੇ ਜਾ ਰਿਹਾ, ਉਸ ਦਾ ਮੈਨੂੰ ਫਾਇਦਾ ਕੀ ਹੈ, ਮੇਰਾ ਫਿਊਚਰ ਦੇ ਵਿੱਚ ਕੁਝ ਫਾਇਦਾ ਹੈ, ਫਿਰ ਸੋਚ ਸਮਝ ਕੇ ਹੀ ਆਪਣੀ ਫਾਈਲ ਸਬਮਿਟ ਕਰਾਓ ਤੇ ਕੈਨੇਡਾ ਜਾਓ। ਤੇ ਬਾਕੀ ਜਦੋਂ ਤੱਕ ਤੁਸੀਂ ਇੱਥੇ ਹੋ, ਜੋ ਵੀ ਕੈਨੇਡਾ ਦੇ ਵਿੱਚ ਅੱਜ ਕੱਲ੍ਹ ਕੰਮ ਦੀ ਲੋੜ ਹੈ ਉਸ ਦੇ ਰਿਗਾਰਡਿੰਗ ਆਪਣੀ ਸਕਿੱਲਸ ਨੂੰ ਅਪਗ੍ਰੇਡ ਕਰੋ ਤੇ ਉਸ ਦਾ ਤੁਹਾਨੂੰ ਇਨ ਫਿਊਚਰ ਬਹੁਤ ਜ਼ਿਆਦਾ ਫਾਇਦਾ ਹੋਵੇਗਾ। ਜੀ ਸਰ, ਤੁਸੀਂ ਕਿਹਾ ਵੀ ਜਿਹੜੇ ਵੀ ਰੈਗੂਲੇਟਡ ਜਿਹੜੇ RCIC ਦੇ ਮੈਂਬਰ ਨੇ ਉਹਨਾਂ ਕੋਲ ਤੁਸੀਂ ਜਾਓ। 700 ਬੱਚਾ ਤਾਂ ਉੱਥੇ ਹੁਣ ਜਿਹੜਾ ਹੁਣ ਡਿਪੋਰਟ ਕਰਨ ਨੂੰ ਵੀ ਤਿਆਰ ਬੈਠੀ ਹੈ ਕੈਨੇਡਾ ਸਰਕਾਰ। ਜੇ ਉਹਨਾਂ ਨੇ ਵੀ ਕੋਈ ਸਲਾਹ ਮਸ਼ਵਰਾ ਕਰਨਾ ਹੋਵੇ ਜਾਂ ਉਸ ਤੋਂ ਇਲਾਵਾ ਵੀ ਕਿਸੇ ਬੱਚੇ ਨੂੰ ਸ਼ੱਕ ਹੋਵੇ ਜੋ ਕੈਨੇਡਾ ਵਿੱਚ ਬੈਠਾ ਹੈ, ਤੁਹਾਨੂੰ ਕੈਨੇਡਾ 'ਚ ਵੀ ਉਹ ਕੰਟੈਕਟ ਕਰ ਸਕਦਾ ਹੈ? ਬਿਲਕੁਲ ਜੀ, ਬਿਲਕੁਲ। ਸਾਡਾ ਕੈਨੇਡਾ ਸਰੀ ਵੈਨਕੂਵਰ ਸਾਡਾ ਆਫਿਸ ਹੈ ਤੇ ਸਾਨੂੰ ਉੱਥੇ ਵੀ ਤੁਸੀਂ ਕੰਟੈਕਟ ਕਰ ਸਕਦੇ ਹੋ ਤੇ ਜੋ ਵੀ ਤੁਹਾਡੀ ਪ੍ਰੋਬਲਮ ਹੈਗੀ ਆ ਉਹਨੂੰ ਅਸੀਂ ਕੋਸ਼ਿਸ਼ ਕਰਾਂਗੇ ਉਸ ਨੂੰ ਥੋੜੇ ਟਾਈਮ ਦੇ ਵਿੱਚ ਸੋਲਵ ਕਰ ਦਈਏ। ਸਾਡੇ ਨਾਲ ਗੱਲਬਾਤ ਕਰਨ ਲਈ ਬਹੁਤ ਬਹੁਤ ਧੰਨਵਾਦ। ਲਵਦੀਪ ਸਿੰਘ ਜੀ, MD ਸੀ ਪੈਬਲਸ ਇਮੀਗ੍ਰੇਸ਼ਨ। ਬੜਾ ਵੱਡਾ ਸਵਾਲ ਇਸ ਕਰਕੇ ਬਣਦਾ ਹੈ ਕਿਉਂਕਿ 700 ਬੱਚੇ ਜਿਨ੍ਹਾਂ 'ਤੇ ਹੁਣ ਡੈਪੂਟੇਸ਼ਨ ਦੀ ਤਲਵਾਰ ਲਟਕ ਰਹੀ ਹੈ, ਉਹਨਾਂ ਦਾ ਭਵਿੱਖ ਅੱਗੇ ਜਾ ਕੇ ਕੀ ਹੋਏਗਾ? ਕੀ ਵਾਕਈ ਏਜੰਟ ਦੀ ਠੱਗੀ ਦਾ ਉਹ ਸ਼ਿਕਾਰ ਹੋਏ ਨੇ? ਕੀ ਪ੍ਰਾਈਵੇਟ ਕਾਲਜਾਂ ਦੇ ਨਾਲ ਕੁਝ ਏਜੰਟਾਂ ਦੀ ਰਲੀ ਮਿਲੀ ਹੁੰਦੀ ਹੈ ਤੇ ਸ਼ਿਕਾਰ ਬਣਦਾ ਹੈ ਬੱਚਾ? ਪਰ ਹੈਰਾਨੀ ਇਸ ਗੱਲ ਦੀ ਵੀ ਹੁੰਦੀ ਹੈ ਕਿ ਕੰਸਲਟੈਂਸੀ ਆਫਿਸ ਤਾਂ ਖੋਲ੍ਹੇ ਨੇ ਪਰ ਉੱਥੇ ਕੰਸਲਟੈਂਸੀ ਘੱਟ ਹੁੰਦੀ ਹੈ ਤੇ ਏਜੰਟੀ ਜ਼ਿਆਦਾ ਹੁੰਦੀ ਹੈ। ਜਿਵੇਂ ਸਰ ਨੇ ਵੀ ਦੱਸਿਆ ਹੈ ਵੀ ਤੁਹਾਡੀ ਕੋਈ ਪ੍ਰੋਬਲਮ ਹੋਵੇ ਤਾਂ RCIC ਜਿਹੜੇ ਮੈਂਬਰ ਨੇ, ਕੀ ਪ੍ਰੋਬਲਮ ਹੈ, ਕਿੱਥੇ ਆ ਰਹੀ ਹੈ, ਕਿਹੜਾ ਕਾਲਜ ਲੈਣਾ ਹੈ, ਤੁਹਾਡਾ ਬੈਕਗਰਾਉਂਡ ਕੀ ਹੈ, ਤੁਹਾਡਾ ਇੰਟਰਸਟ ਕੀ ਹੈ, ਸਾਰਾ ਕੁਝ ਦੇਖ ਕੇ ਕਿਹੜਾ ਕਾਲਜ ਠੀਕ ਰਹੇਗਾ। ਪ੍ਰਾਈਵੇਟ ਕਾਲਜ ਵੀ ਬਹੁਤ ਨੇ, ਕਈ ਪ੍ਰਾਈਵੇਟ ਕਾਲਜ ਵਰਕ ਪਰਮਿਟ ਦਿੰਦੇ ਨੇ, ਕਈ ਬਿਲਕੁਲ ਨਹੀਂ ਦਿੰਦੇ। ਕਈ ਤੁਹਾਨੂੰ ਇੱਥੋਂ ਇਹ ਕਹਿ ਕੇ ਭੇਜਦੇ ਨੇ ਕੋਈ ਚੱਕਰ ਨਹੀਂ, 2 ਸਾਲ ਦਾ ਤੁਹਾਡਾ ਕੋਰਸ ਹੈ, ਪੰਜਾਬੀ ਦਾ ਜੁਗਾੜੂ ਹੁੰਦੇ ਨੇ, 2 ਸਾਲ 'ਚ ਕੁਛ ਨਾ ਕੁਛ ਤਾਂ ਹੋ ਹੀ ਜਾਣਾ ਹੈ। ਉਹਨੇ ਆਪਣੇ ਪੈਸੇ ਦਾ ਬਣਾ ਲਏ ਪਰ ਤੁਹਾਡਾ ਭਵਿੱਖ ਤਾਂ ਖਰਾਬ ਕਰਤਾ। ਇਸ ਕਰਕੇ ਅਲਰਟ ਵੀ ਰਹੋ, ਖੁਦ ਵੀ ਅਲਰਟ ਰਹੋ। ਬਾਅਦ 'ਚ ਜੇ ਤੁਸੀਂ ਕਹੋ ਵੀ ਸਾਡੇ ਨਾਲ ਠੱਗੀ ਹੋ ਗਈ ਤੇ ਪਹਿਲਾਂ ਥੋੜੀ ਜਿਹੀ ਮਿਹਨਤ ਆਪ ਵੀ ਕਰੋ, ਕੋਸ਼ਿਸ਼ ਕਰੋ ਵੀ ਆਪਾਂ ਸਹੀ ਬੰਦੇ ਕੋਲ ਪਹੁੰਚੀਏ। ਸੀ ਪੈਬਲਸ ਚੰਡੀਗੜ੍ਹ ਵਿੱਚ ਵੀ ਆਫਿਸ ਹੈ, ਰੋਪੜ ਵਿੱਚ ਵੀ ਆਫਿਸ ਹੈ, ਕੈਨੇਡਾ ਵਿੱਚ ਵੀ ਆਫਿਸ ਹੈ। ਤੇ ਜੇ ਤੁਸੀਂ ਕੰਸਲਟੈਂਸੀ ਸਰਵਿਸਿਜ਼ ਲੈਣੀਆਂ ਹੋਣ ਤਾਂ ਤੁਸੀਂ ਸੀ ਪੈਬਲਸ ਵੀ ਜਾ ਸਕਦੇ ਹੋ। ਕੈਮਰਾ ਪਰਸਨ ਮਨੋਜ ਦੇ ਨਾਲ ਠਾਕੁਰ, ਅਮਨਦੀਪ ਸਿੰਘ, ਦ ਖਬਰਸਾਰ, ਚੰਡੀਗੜ੍ਹ।